ਜ਼ਿਲ੍ਹੇ ਦੇ ਵਿੱਚ ਹੋਇਆ ਸੀ ਉਸ ਨੂੰ ਸੋਲਵ ਕਰ ਲਿਆ ਹੈਗਾ ਤੇ ਉਸ ਦੇ ਪਿੱਛੇ ਜਿਹੜੀ ਕਨਸਪੀਰੇਸੀ ਹੈਗੀ ਉਸ ਨੂੰ ਅਨਵੇਲ ਕਰ ਲਿਆ ਹੈਗਾ। ਜਦੋਂ ਇਹ ਮਰਡਰ ਹੋਇਆ ਸੀਗਾ ਉਸ ਤੋਂ ਬਾਅਦ ਇਮੀਡੀਏਟ ਪੰਜਾਬ ਪੁਲਿਸ ਸਵੰਗ ਇਨਟੂ ਐਕਸ਼ਨ ਤੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਸੀ, ਜਿਸ ਦੇ ਵਿੱਚ ਡਿਸਟ੍ਰਿਕਟ ਪੁਲਿਸ ਦੇ ਨਾਲ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੇ ਆਫੀਸ਼ੀਅਲ ਸੀਗੇ। ਸੋ ਇੱਕ ਸਿਸਟਮੈਟਿਕ ਤਰੀਕੇ ਨਾਲ ਮੌਕੇ ਤੋਂ ਐਵੀਡੈਂਸ ਇਕੱਠੇ ਕੀਤੇ ਗਏ, ਡਿਜੀਟਲ ਤੇ ਟੈਕਨੀਕਲ ਇਨਵੈਸਟੀਗੇਸ਼ਨਸ ਕੀਤੀਆਂ ਗਈ। ਜਿਹੜਾ ਸੀਸੀਟੀਵੀ ਦਾ ਫੁਟੇਜ ਸੀਗਾ, ਜਿਹੜਾ ਰੂਟ ਆਫ ਜਿੱਥੋਂ ਅਸੇਲੈਂਟਸ ਆਏ ਸੀਗੇ ਤੇ ਤਕਰੀਬਨ 125 ਕਿਲੋਮੀਟਰ ਦਾ ਰੂਟ ਟਰੈਕ ਕਰਕੇ ਉਸ ਦੇ ਵਿੱਚ ਟੈਕਨੀਕਲ ਪੁਆਇੰਟਸ ਤੇ ਜਿੱਥੇ ਵਿਜ਼ਿਬਿਲਿਟੀ ਸੀਗੀ ਉੱਥੋਂ ਟਾਵਰ ਡੰਪਸ ਐਨਾਲਾਈਜ਼ ਕੀਤੇ ਗਏ, ਚੁੱਕੇ ਗਏ ਤੇ ਹਿਊਮਨ ਇੰਟੈਲੀਜੈਂਸ ਵੀ ਡਿਵੈਲਪ ਕਰਕੇ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਆਈ ਗੱਲ ਸਾਹਮਣੇ ਆਈ ਹੈ ਕਿ ਇਹ ਗੁਰਪ੍ਰੀਤ ਸਿੰਘ ਦਾ ਮਰਡਰ ਜਿਹੜਾ ਹੈਗਾ ਫੋਰਨ ਬੇਸਡ ਅਰਸ਼ਦੀਪ ਡੱਲਾ ਤੇ ਉਸ ਦੇ ਐਸੋਸੀਏਟਸ ਕੁਝ ਹੋਰ ਲੋਕਾਂ ਨੇ ਮਾਸਟਰਮਾਈਂਡ ਕੀਤਾ ਹੈਗਾ। ਸੋ ਇਹ ਬੜੇ ਹੀ ਟਿਪੀਕਲ ਸਟਾਈਲ ਦੇ ਵਿੱਚ ਜਿਵੇਂ ਮਲਟੀ ਲੇਅਰਡ ਕਨਸਪੀਰੇਸੀਜ਼ ਹੁੰਦੀ ਹੈ ਕਿ ਡਿਫਰੈਂਟ ਮੋਡਿਊਲਸ ਨੂੰ ਡਿਫਰੈਂਟ ਟਾਸਕ ਦਿੱਤੇ ਗਏ ਸਨ। ਸੋ ਰੈਕੀ ਕਰਨ ਲਈ ਅਲੱਗ ਮੋਡਿਊਲ ਸੀਗਾ, ਸ਼ੂਟਿੰਗ ਲਈ ਅਲੱਗ ਮੋਡਿਊਲ ਸੀਗਾ, ਇਹਨਾਂ ਦੇ ਹੈਂਡਲਰਸ ਵੱਖਰੇ ਸੀਗੇ। ਸੋ ਅਸੀਂ ਇਸ ਨੈਟਵਰਕ ਨੂੰ, ਸਾਰੇ ਨੈਟਵਰਕ ਨੂੰ ਜਿਹੜਾ ਹੈਗਾ ਅਨਵੇਲ ਕੀਤਾ ਹੈ। ਸੋ ਇਸ ਦੇ ਵਿੱਚ 3 ਲੋਕਾਂ ਦੀ ਅਰੈਸਟ ਹੋਈ ਹੈ, ਬਿਲਾਲ ਅਹਿਮਦ ਉਰਫ ਫੌਜੀ, ਗੁਰ ਅਮਰਦੀਪ ਸਿੰਘ ਔਰ ਏਲੀਆਸ ਪੋਂਟੂ, ਅਰਸ਼ਦੀਪ ਸਿੰਘ ਚੰਡੂ। ਇਹ ਰੈਕੀ ਦੇ ਇਸ ਮੋਡਿਊਲ ਨੇ ਰੈਕੀ ਕੀਤਾ ਸੀਗਾ ਤੇ ਇਹਨਾਂ ਦਾ ਹੈਂਡਲਰ ਕਰਮਵੀਰ ਸਿੰਘ ਏਲੀਆਸ ਗੋਰਾ ਸੀ ਜਿਹੜਾ ਕੈਨੇਡਾ ਬੇਸਡ ਹੈਗਾ। ਸੋ ਹੀ ਵਾਜ਼ ਇਨ ਟੱਚ ਵਿਦ ਅਰਸ਼ ਡੱਲਾ। ਸੋ ਜਿਹੜੇ ਸ਼ੂਟਰ ਮੋਡਿਊਲ ਜਿਹੜਾ ਹੈਗਾ ਉਹ ਆਈਡੈਂਟੀਫਾਈ ਕਰ ਲਿਆ ਗਿਆ ਹੈਗਾ। ਸੋ ਉਹਨਾਂ ਲਈ ਇੱਕ ਮੈਨ ਹੰਟ ਲਾਂਚ ਕੀਤੀ ਗਈ ਹੈ ਜਿਹੜੇ ਸ਼ੂਟਰ ਸੀਗੇ। ਸੋ ਬਹੁਤ ਛੇਤੀ ਸਾਨੂੰ ਆਸ ਹੈਗੀ ਕਿ ਅਸੀਂ ਉਹਨਾਂ ਤੱਕ ਪਹੁੰਚ ਜਾਵਾਂਗੇ। ਇਨਵੈਸਟੀਗੇਸ਼ਨ ਦੇ ਦੌਰਾਨ ਐਵੀਡੈਂਸ ਇੰਡੀਕੇਟਿੰਗ ਜਿਹੜਾ ਵਾਰਿਸ ਪੰਜਾਬ ਦੇ ਦਾ ਅੰਮ੍ਰਿਤਪਾਲ ਸਿੰਘ ਦਾ ਰੋਲ ਕਨਸਪੀਰੇਸੀ ਦੇ ਵਿੱਚ ਸਾਹਮਣੇ ਆਇਆ ਹੈਗਾ। ਸੋ ਸਾਡੇ ਕੋਲ ਜਿਹੜੇ ਇਨਵੈਸਟੀਗੇਸ਼ਨ ਦੇ ਵਿੱਚ ਕੁਝ ਸਟੇਟਮੈਂਟਸ ਆਏ ਹੈਗੇ ਜਿਸ ਦੇ ਵਿੱਚ ਇਹ ਇੰਡੀਕੇਸ਼ਨ ਹੁੰਦੀ ਹੈ ਕਿ ਇਹ ਮਰਡਰ ਅੰਮ੍ਰਿਤਪਾਲ ਸਿੰਘ ਦੇ ਬੇਹਸ ਤੇ ਕੀਤਾ ਗਿਆ। ਸੋ ਇਸ ਕੇਸ ਦੀ ਅੱਗੇ ਇਨਵੈਸਟੀਗੇਸ਼ਨ ਅਸੀਂ ਐਵੀਡੈਂਸ ਦੇ ਬੇਸ ਤੇ ਪ੍ਰੋਫੈਸ਼ਨਲ ਤਰੀਕੇ ਨਾਲ ਕਰਾਂਗੇ ਕਿ ਇੱਕ ਸਾਇੰਟੀਫਿਕ ਤੇ ਪ੍ਰੋਫੈਸ਼ਨਲ ਮੈਨਰ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਆਊਗੀ ਉਸ ਨੂੰ ਰਿਕਾਰਡ ਤੇ ਲੈ ਕੇ ਆਵਾਂਗੇ ਤੇ ਲਾਅ ਦੇ ਮੁਤਾਬਿਕ ਜਿਹੜੀ ਕ੍ਰਿਮੀਨਲ ਲਾਇਬਿਲਿਟੀ ਜਿਸ ਕਿਸੇ ਵੀ ਇੰਡੀਵਿਜੂਅਲ ਦੀ ਹੈਗੀ ਉਸ ਨੂੰ ਸਟੈਬਲਿਸ਼ ਕੀਤਾ ਜਾਊਗਾ। ਇਨਵੈਸਟੀਗੇਸ਼ਨ ਦੇ ਦੌਰਾਨ ਇੱਕ ਹੋਰ ਵਾਈਡਰ ਕਨਸਪੀਰੇਸੀ ਦੀ ਇੰਟੈਲੀਜੈਂਸ ਮਿਲੀ ਹੈ ਕਿ ਜਿਸ ਦੇ ਵਿੱਚ ਕੁਝ ਹੋਰ ਲੋਕਾਂ ਨੂੰ ਟਾਰਗੇਟ ਕਰਨ ਦੀ ਇੱਕ ਕਨਸਪੀਰੇਸੀ ਸੀ। ਸੋ ਇਸ ਇਨਫੋਰਮੇਸ਼ਨ ਨੂੰ ਵੈਰੀਫਾਈ ਕੀਤਾ ਜਾ ਰਿਹਾ, ਡਿਵੈਲਪ ਕੀਤਾ ਜਾ ਰਿਹਾ ਹੈਗਾ। FIR ਜਿਹੜੀ ਹੈਗੀ 159 ਨੰਬਰ FIR 2024 ਦੀ ਕੋਟਕਪੂਰੇ ਥਾਣੇ ਦਰਜ ਹੈਗੀ। ਇਨਵੈਸਟੀਗੇਸ਼ਨ ਕੰਟੀਨਿਊਡ ਹੋ ਰਹੀ ਹੈ। ਸੋ ਸਾਨੂੰ ਆਸ ਹੈ ਕਿ ਹੋਰ ਅਰੈਸਟਾਂ ਹੋਣਗੀ, ਹੋਰ ਬ੍ਰੇਕ ਥਰੂ ਹੋਊਗਾ। In a significant breakthrough, Punjab Police has worked out the murder case of Gurpreet Singh Harinu, who was shot dead on October 9th while returning home from his village Gurdwara Sahib in his motorcycle Hero Splendor. Immediately after the incident, the police had swung into action and a special investigation team comprising police officials of the district and the state special operations cell was formed. Separate teams were assigned the task of visiting the scene of crime, collecting physical and digital evidences. The CCTV footage at the scene of crime was examined and teams were deputed to follow the forward and backward linkages of CCTVs to determine the exit and entry routes and to map the routes of the assailants. Painstaking and meticulous investigation led to the analysis of CCTV footage over a distance of 125 kilometers. This helped the police in establishing the movement of the suspects and developing further leads, which were further developed. The tower dumps at strategic locations were obtained and analyzed through big data analysis tools. Human intelligence was also obtained and developed. A large number of persons have been questioned. Contact was established with persons based abroad as well to gather more intelligence. Investigations have revealed that the murder of Gurpreet Singh was masterminded from abroad by Arsh Dalla and other persons. Different modules have been used for conducting recce and executing the murder with separate handlers based abroad. The criminals have used cutouts to mask the conspiracy. Bilal Ahmed alias Fauji, Gur Amardeep Singh alias Pontu, Arshdeep Singh alias Chandu have been arrested. These persons constituted part of the recce module which was being handled by one Karamveer Singh alias Gora based in Canada. The recce module passed on crucial information to the shooter module through their handlers and cutouts. The members of the shooter module have been identified and a manhunt has been launched to map them.
During investigations, evidence has come on record indicating the role of Amritpal Singh of Waris Pandabje in the murder conspiracy. As per some statements recorded in the investigation, the murder was carried out at the behest of Amritpal Singh. The police would investigate the case on the basis of evidence in a professional manner. All angles and theories of crime would be examined and investigated in accordance with law. The criminal liability of all the persons figuring in the investigations would be determined in accordance with the evidence available as per law. An FIR number 159 under section 103 BNS and other sections of law has been registered in police station Kota Kapura. Investigation is continuing and more arrests are likely to be made soon. Inputs indicating a wider conspiracy to target more persons have also been received and are being verified and further developed. Punjab Police remains committed to conducting professional investigation and bringing all persons involved in the crime to justice. पंजाब पुलिस ने एक सफलतापूर्वक तरीके से गुरप्रीत सिंह खरीनो का मर्डर जो अक्टूबर 9 को उनके गांव में हुआ था वर्कआउट कर लिया है। ये मर्डर की इन्फॉर्मेशन मिलने के बाद पुलिस ने इमीडिएटली एक्शन में स्विंग करते हुए एक स्पेशल इन्वेस्टिगेशन टीम कॉन्स्टिट्यूट करी थी, जिसमें डिस्ट्रिक्ट पुलिस और स्टेट स्पेशल ऑपरेशन सेल के पुलिस ऑफिशियल्स थे और इन्वेस्टिगेशन को एक साइंटिफिक और प्रोफेशनल तरीके से कंडक्ट किया गया और क्लूज गैदर किए गए। सीसीटीवी फुटेज जो सीन ऑफ क्राइम पे अवेलेबल था उसे एग्जामिन किया गया और एक डेडिकेटेड मैनर में फॉरवर्ड और बैकवर्ड लिंकेज ऑफ सीसीटीवी फुटेज को 125 किलोमीटर तक की स्ट्रेच तक फॉलो किया गया, जिससे हमें असेलेंट्स की एंट्री और एग्जिट पॉइंट्स का पता लगा। स्ट्रेटजिक लोकेशंस पे हमने मोबाइल टावर ड्रम्स उठाए और अवेलेबल इंटेलिजेंस को डेवलप करते हुए उससे और लोगों की जो इस कॉन्स्पिरेसी में तार जुड़े थे उनको अनवेल किया। सस्पेक्ट्स की मूवमेंट और लीड्स हमें इससे पता लगी। ह्यूमन इंटेलिजेंस भी डेवलप करी गई। काफ़ी लोगों को इसमें अभी तक क्वेश्चन किया जा चुका है। अभी तक की इन्वेस्टिगेशन से ये पता लगा है कि मर्डर अब्रॉड बेस्ड अर्श डल्ला और कुछ और लोगों ने मास्टरमाइंड किया था डिफरेंट मॉड्यूल्स के को ऑपरेट करते हुए। तो अर्श डल्ला इन टच था मॉड्यूल के हैंडलर्स से सेपरेटली, उन्हें एक दूसरे के साथ कॉन्टैक्ट में नहीं रखा गया, जिसे कटआउट्स कहा जाता है। कटआउट्स का इस्तेमाल किया गया और इस केस में अभी तक 3 गिरफ्तारियां हुई हैं। बिलाल अहमद उर्फ फौजी, गुर अमरदीप सिंह उर्फ पोंटू, अर्शदीप सिंह उर्फ झंडू, ये तीनों एक मॉड्यूल का हिस्सा थे जिसको प्राइमरली रेकी के लिए यूज़ किया गया था। और इस मॉड्यूल का हैंडलर करमवीर सिंह एलियास गोरा जो कनाडा बेस्ड है वो हैंडल कर रहा था और वो क्रूशियल इंफॉर्मेशन दूसरे मॉड्यूल्स को कटआउट्स के थ्रू पास ऑन कर रहा था। जो शूटर्स हैं, जो शूटर मॉड्यूल हैं, इनकी पूरी तरह शिनाख्त हो चुकी है और इनके पीछे पुलिस की टीमें लगी हुई हैं। तो हमें आशा है कि जल्दी ही हम इन्हें गिरफ्तार कर लेंगे। इन्वेस्टिगेशंस के दौरान ये एविडेंस रिकॉर्ड पे आया है जिससे वारिस पंजाब दे के अमृतपाल सिंह का लिंक पाया गया है। कुछ जो बयान इन्वेस्टिगेशन में रिकॉर्ड किए गए हैं उनसे ये सामने आया कि ये मर्डर अमृतपाल सिंह के बिहस्त पे किया गया है। पुलिस इन केस को अवेलेबल एविडेंस को प्रोफेशनल तरीके से एनालाइज करके रिकॉर्ड पे ले आके प्रोफेशनल इन्वेस्टिगेशन करेगी। सभी थ्योरीज ऑफ क्राइम और सभी एंगल्स पे वर्कआउट किया जाएगा और इस केस में जो भी लोग इन्वॉल्व हैं उनकी क्रिमिनल लाइबिलिटी, उनके खिलाफ जो एविडेंस रिकॉर्ड पे आता है उसके मुताबिक डिटरमाइन करी जाएगी। एक वाइडर कॉन्स्पिरेसी जिसमें कि और लोगों को टारगेट करने की इनपुट्स हैं भी सामने आई है और इसे बहुत सीरियसली लिया जा रहा है। सीरियसली लेके इसकी डीप इन्वेस्टिगेशन करके इसको फर्दर डेवलप किया जा रहा है। FIR नंबर 159 2024 की पुलिस स्टेशन कोट कपूरा में दर्ज है अंडर सेक्शन 103 BNS और इसकी इन्वेस्टिगेशन जारी है प्रोफेशनल तरीके से। इसमें जल्दी ही और गिरफ्तारियां होने की आशा है और पंजाब पुलिस एक प्रोफेशनल तरीके से इन्वेस्टिगेशन करके इस केस की इन्वेस्टिगेशन को मुकम्मल करेगी। अमृतपाल ਦਾ ਨਾਮ ਦਿੱਤਾ ਕਿ ਅਮਰਿਤਪਾਲ ਨੇ ਇਹ ਪੂਰੀ ਕਨਸਪੀਰੇਸੀ ਡਿਊਰਿੰਗ ਜਿਹੜਾ ਜੇਲ੍ਹ ਦੇ ਵਿੱਚ ਉਹਨਾਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਗਏ ਉਸ ਸਮੇਂ ਦੀ ਹੈ ਕਿ ਉਸ ਤੋਂ ਪਹਿਲਾਂ ਦੀ ਕਨਸਪੀਰੇਸੀ ਰਚੀ ਗਈ ਸੀ। ਜੇਕਰ ਅਮਰਿਤਪਾਲ ਦਾ ਲਿੰਕ ਵਿੱਚ ਸਾਹਮਣੇ ਅਸੀਂ ਸਾਰਾ ਕੁਝ ਹੀ ਦੱਸਾਂਗੇ। ਹਜੇ ਐਜ਼ ਆਈ ਸੈਡ ਕਿ ਅਸੀਂ ਇਹਨੂੰ ਬੜੇ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਮੈਟੀਕੂਲਸ ਤਰੀਕੇ ਨਾਲ ਕਰਾਂਗੇ। ਜਿਹੜੀ ਲੀਡ ਸਾਡੇ ਕੋਲ ਆਊਗੀ ਉਸ ਨੂੰ ਅੱਗੇ ਡਿਵੈਲਪ ਕਰਾਂਗੇ। लेकिन सर क्या रंजिश सी अमृतपाल ਦੇ ਨਾਲ ਇਸ ਦੀ ਕਿ ਥੋੜਾ ਜਿਹਾ ਇਸ ਨੂੰ ਐਕਸਪਲੇਨ ਕਰ ਦਿਓ। ਹਾਂ, ਇਹ ਬੇਸਿਕਲੀ ਦੇਖੋ ਜੀ, ਗੁਰਪ੍ਰੀਤ ਸਿੰਘ ਜਿਹੜਾ ਸੀਗਾ ਇਹਨਾਂ ਦਾ ਫਾਊਂਡਰ ਮੈਂਬਰ ਸੀ ਵਾਰਿਸ ਪੰਜਾਬ ਦੇ ਦਾ। ਜਿਹੜੀ ਜਦੋਂ ਦੀਪ ਸਿੱਧੂ ਨੇ ਇਹ ਜਥੇਬੰਦੀ ਬਣਾਈ ਸੀਗੀ ਤਾਂ ਇਨੀਸ਼ੀਅਲ ਜਿਹੜੇ 9 ਮੈਂਬਰ ਸੀਗੇ ਉਸ ਦੇ ਵਿੱਚ ਗੁਰਪ੍ਰੀਤ ਸਿੰਘ ਇੱਕ ਸੀਗਾ
ਸਗੋਂ ਦਸੰਬਰ 2021 ਦੇ ਵਿੱਚ ਇਸ ਨੂੰ ਖਜ਼ਾਨਚੀ ਅਪਾਇੰਟ ਕੀਤਾ ਗਿਆ ਜਥੇਬੰਦੀ ਦਾ। ਦੀਪ ਸਿੱਧੂ ਦੀ ਡੈਥ ਤੋਂ ਬਾਅਦ ਜਦੋਂ ਅੰਮ੍ਰਿਤਪਾਲ ਸਿੰਘ ਨੂੰ ਵਾਰਿਸ ਪੰਜਾਬ ਦੇ ਦਾ ਮੁਖੀ ਬਣਾਇਆ ਗਿਆ ਸੀਗਾ, ਸੋ ਇਹ ਉਸ ਦਾ ਇੱਕ ਬਹੁਤ ਹੀ ਅਹਿਮ ਮੈਂਬਰ ਸੀਗਾ। ਉਸ ਤੋਂ ਬਾਅਦ ਇਹਨਾਂ ਦੇ ਡਿਫਰੈਂਸਸ ਆਪਸ ਵਿੱਚ ਹੋ ਗਏ। ਇਸ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈਆਂ ਜਿਸ ਦੇ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਕ੍ਰਿਟਿਸਾਈਜ਼ ਕੀਤਾ ਗਿਆ। ਸੋ ਇਸ ਨੂੰ ਥ੍ਰੈਟਸ ਵੀ ਮਿਲੀਆਂ ਸੀ। ਸੋ ਉਹ ਸਾਰੀ ਚੀਜ਼ਾਂ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਉਹਨਾਂ ਨੂੰ ਵੈਰੀਫਾਈ ਕਰਕੇ ਡਿਵੈਲਪ ਕਰਾਂਗੇ। दिल साहब इसमें क्योंकि ਜਿਹੜਾ ਬਿਲਾਲ ਖਾਨ ਹੈ ਉਹ ਆਲਰੇਡੀ ਕ੍ਰਿਮੀਨਲ ਬੈਕਗ੍ਰਾਉਂਡ ਦਾ ਹੈ, ਪਹਿਲਾਂ ਜੇਲ੍ਹ 'ਚ ਵੀ ਰਿਹਾ ਹੈ ਤੇ ਇਹ ਅਰਸ਼ਦੁੱਲਾ ਦੇ ਨਾਲ ਇਹਦਾ ਲਿੰਕ ਜਿਹੜਾ ਸਾਹਮਣੇ ਆ ਰਿਹਾ ਹੈ ਤਾਂ ਕਿਤੇ ਨਾ ਕਿਤੇ ਅਰਸ਼ਦੁੱਲਾ ਦਾ ਜਿਹੜਾ ਲਿੰਕ ਹੈ ਉਹ ਕਰ ਰਹੇ ਇਨਵੈਸਟੀਗੇਸ਼ਨ 'ਚ, ਕਿਉਂਕਿ ਬਹੁਤ ਸਾਰੀ ਚੀਜ਼ਾਂ ਇਹਦੇ ਵਿੱਚ ਹੁਣ ਆ ਰਹੀ ਹੈ। ਬਿਲਾਲ ਖਾਨ ਆਲਰੇਡੀ ਕ੍ਰਿਮੀਨਲ ਬੈਕਗ੍ਰਾਉਂਡ, ਅਰਸ਼ਦੁੱਲਾ ਦੇ ਨਾਲ ਰਿਲੇਸ਼ਨ ਜਿਹੜਾ ਤੁਸੀਂ ਵੀ ਦੱਸਿਆ ਹੈ, ਤਾਂ ਇਹ ਕਿਸ ਤਰ੍ਹਾਂ ਇਨਵੈਸਟੀਗੇਸ਼ਨ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ 'ਚ ਕੁਝ ਹੋਰ ਆਇਆ ਹੋਵੇ? ਨਹੀਂ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਦੇਖੋ ਜੀ, ਬੇਸਿਕਲੀ ਅਸੀਂ ਜਿਹੜੀ ਗੱਲ ਨੋਟਿਸ ਕੀਤੀ ਹੈ ਕਿ ਇੱਕ ਗੈਂਗਸਟਰਸ ਜਿਹੜੇ ਹੈਗੇ ਉਹ ਆਪਰੇਟ ਕਰਦੇ, ਜਿਹੜੇ ਇਹਨਾਂ ਦੇ ਹੈਂਡਲਰਸ ਮਾਸਟਰਮਾਈਂਡਸ ਹੈਗੇ ਉਹ ਬਾਹਰ ਬੈਠੇ ਹੈ। ਉਹ ਜਿਹੜੇ ਉਹਨਾਂ ਦੇ ਜਿਹੜੇ ਸੂਤਰ ਹੈਗੇ, ਜਿਹੜੇ ਜੇਲ੍ਹ ਦੇ ਵਿੱਚ ਜਿਹੜੇ ਉਹਨਾਂ ਦੇ ਥੋੜੇ ਐਕਸਪੀਰੀਅੰਸਡ ਹਾਰਡਕੋਰ ਹੈਗੇ, ਉਹਨਾਂ ਦੇ ਨਾਲ ਇਨ ਟੱਚ ਰਹਿੰਦੇ ਆ। ਉਹਨਾਂ ਦੇ ਥਰੂ ਜਿਹੜੇ ਯੰਗ ਜਿਹੜੇ ਕ੍ਰਿਮੀਨਲਸ ਹੈਗੇ ਉਹਨਾਂ ਨੂੰ ਇਹ ਅਪਰੋਚ ਕਰਦੇ ਆ। ਸੋ ਬੇਸਿਕਲੀ ਤੁਸੀਂ ਜੇ ਮੈਂ ਥੋੜਾ ਧਿਆਨ ਜਿਹੜਾ ਆਪਣਾ ਜਿਹੜਾ ਰਾਕਟ ਅਟੈਕ ਹੋਇਆ ਸੀਗਾ ਇੰਟੈਲੀਜੈਂਸ ਹੈਡਕੁਆਟਰ, ਉਹ ਜੁਵੇਨਾਈਲਸ ਉਹਦੇ ਵਿੱਚ ਸੀਗੇ। ਈਵਨ ਸਰਹਾਲੀ ਅਟੈਕ ਦੇ ਵਿੱਚ ਜੁਵੇਨਾਈਲਸ ਸੀਗੇ। ਸੋ ਇੱਕ ਮੋਡਸ ਆਪਰੈਂਡੀ ਹੋ ਗਈ ਹੈ ਕਿ ਨਵੇਂ ਰਿਕਰੂਟ ਜਿਹੜੇ ਹੈਗੇ ਜਿਨ੍ਹਾਂ ਦਾ ਕੁਝ ਤਾਂ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਜਾਂ ਕੁਝ ਦਾ ਬਹੁਤ ਮਾਈਨਰ, ਅਸੀਂ ਇਹ ਵੀ ਜਿਹੜੀ ਇਨਵੈਸਟੀਗੇਸ਼ਨ ਜਿਵੇਂ ਜਿਹੜੀ ਇਹਦੀ ਹੋਈ ਸੀ ਵਿਕਾਸ ਬੱਗਾ ਦੀ, ਉਸ ਦੇ ਵਿੱਚ ਵੀ ਗੱਲ ਆਈ ਸੀ ਕਿ ਜਿਵੇਂ ਕੁਝ ਮਾਈਨਰ ਕ੍ਰਾਈਮਸ ਦੇ ਵਿੱਚ ਅੰਦਰ ਸੀਗੇ ਤੇ ਉਹਨਾਂ ਨੂੰ ਟੈਲੈਂਟ ਸਪੌਟ ਕਰਕੇ ਪਿਕਅਪ ਕਰ ਲਿਆ ਜਾਂਦਾ ਹੈ ਤੇ ਅੱਗੇ ਫਿਰ ਫਰਦਰ ਕ੍ਰਾਈਮ ਦੇ ਵਿੱਚ ਯੂਟਿਲਾਈਜ਼ ਕੀਤਾ ਜਾਂਦਾ ਹੈ। ਬੜੀ ਚਿੰਤਾ ਦੀ ਗੱਲ ਹੈ ਕਿ ਜੁਵਨਾਈਲ ਜਿਹੜੇ ਇਸ ਤਰ੍ਹਾਂ ਦੇ ਕ੍ਰਾਈਮ ਦੇ ਵਿੱਚ ਇਨਵੋਲਵ ਕੀਤੇ ਜਾ ਰਹੇ ਨੇ, ਕਿਉਂਕਿ ਪਿਛਲੇ ਜਿਹੜੇ ਵੀ ਕੇਸਿਸ ਦੇਖ ਲਓ ਮੋਸਟਲੀ ਜੁਵਨਾਈਲ, ਚਾਹੇ ਉਹ ਚੰਡੀਗੜ੍ਹ ਦੇ ਕੇਸਿਸ ਹੋਣ, ਚਾਹੇ ਉਹ ਪੰਜਾਬ ਦੇ ਕਈ ਇਸ ਦੇ ਵਿੱਚ ਕੇਸਿਸ ਹੋਣ ਕਿ ਜਿਹੜੇ ਵਿਦੇਸ਼ 'ਚ ਬੈਠੇ ਨੇ ਗੈਂਗਸਟਰ, ਉਹ ਜ਼ਿਆਦਾਤਰ ਅੱਜਕੱਲ ਜੁਵਨਾਈਲ ਨੂੰ ਜਿਹੜਾ ਹੈਗਾ ਇਨਵੋਲਵ ਕਰ ਰਹੇ। ਤਾਂ ਕਿਤੇ ਨਾ ਕਿਤੇ ਪੁਲਿਸ ਵਾਸਤੇ ਵੀ ਬਹੁਤ ਵੱਡਾ ਚੈਲੰਜ ਹੈ, ਕਿਉਂਕਿ ਸਾਡਾ ਲਾਅ ਇਸ ਤਰ੍ਹਾਂ ਦਾ ਹੈਗਾ, ਜਾਂ ਫਿਰ ਉਹਨਾਂ ਨੂੰ ਹੁਣ ਪਤਾ ਲੱਗ ਚੁੱਕਿਆ ਹੈ ਕਿ ਜੁਵਨਾਈਲ ਨੂੰ ਤੁਸੀਂ ਅੱਗੇ ਕਰੋ, ਉਹਨਾਂ ਨੂੰ ਲਾਲਚ ਦਵੋ ਪੈਸੇ ਦਾ ਜਾਂ ਹੋਰ ਵੀ ਵਿਦੇਸ਼ ਆਉਣ ਦਾ, ਇਸ ਤਰ੍ਹਾਂ ਦੀ ਚੀਜ਼ਾਂ ਨੂੰ ਲੈ ਕੇ ਪੁਲਿਸ ਕਿਸ ਤਰ੍ਹਾਂ? ਨਹੀਂ, ਤੁਹਾਡੀ ਗੱਲ ਠੀਕ ਹੈ ਜੀ। ਤੇ ਅਸੀਂ ਇਸ ਚੈਲੰਜ ਨੂੰ ਮੀਟ ਕਰਨ ਲਈ ਮਲਟੀਫੇਸ ਟੈਕਨੀਕਸ ਅਸੀਂ ਅਡਾਪਟ ਕੀਤੀਆਂ। ਸਾਡੀ ਅੰਮ੍ਰਿਤਪਾਲ ਨੂੰ ਪੁੱਛਤਾਛ ਲਈ ਟੀਮ ਜਾਏਗੀ ਜਾਂ ਉਹਨਾਂ ਨੂੰ ਪ੍ਰੋਡਕਸ਼ਨ ਤੇ ਲੈ ਕੇ ਆਏਗਾ, ਕਿਉਂਕਿ ਕਾਫੀ ਕੁਝ ਸਾਹਮਣੇ ਤਾਂ ਆ ਹੀ ਚੁੱਕਾ ਹੈ। ਹਾਂਜੀ, ਇਨਵੈਸਟੀਗੇਸ਼ਨ ਦੇ ਵਿੱਚ ਦੇਖੋ ਜੋ ਵੀ ਇਨਵੈਸਟੀਗੇਸ਼ਨ ਦੀ ਰਿਕੁਆਇਰਮੈਂਟ ਹੋਗੀ ਅਸੀਂ ਇਸ ਦੇ ਵਿੱਚ ਫੇਅਰ ਇਨਵੈਸਟੀਗੇਸ਼ਨ ਕਰਾਂਗੇ, ਬਟ ਐਟ ਦਾ ਸੇਮ ਟਾਈਮ ਜਿਹੜਾ ਐਵੀਡੈਂਸ ਹੈਗਾ ਐਵੀਡੈਂਸ ਬੇਸਡ ਹੀ ਇਨਵੈਸਟੀਗੇਸ਼ਨ ਕਰਾਂਗੇ। ਮਤਲਬ ਜੇ ਕਿਸੇ ਵੀ ਸ਼ਖਸ ਦੀ ਇਨਵੋਲਵਮੈਂਟ ਹੈਗੀ ਤੇ ਐਸ ਪਰ ਲਾਅ ਉਸ ਦੇ ਖਿਲਾਫ ਇਸ ਕੋਈ ਇੰਡਾਇਰੈਕਟ ਇਨਵੋਲਵਮੈਂਟ ਸੀ ਕਿਸੇ ਦੇ ਕਿਸ ਤਰ੍ਹਾਂ ਥਰੂ? ਐਫਆਈਆਰ ਅਨਨੋਨ ਪਰਸਨ ਦੇ ਖਿਲਾਫ ਹੈ ਕਿ ਐਫਆਈਆਰ ਦੇ ਵਿੱਚ ਅੰਮ੍ਰਿਤਪਾਲ ਦਾ ਨਾਮ ਸ਼ਾਮਿਲ ਕੀਤਾ ਜਾ ਰਿਹਾ ਹੈ? ਦੇਖੋ ਇੰਜ ਹੁੰਦਾ ਜੀ, ਐਫਆਈਆਰ ਇਜ਼ ਆਲਵੇਜ਼ ਦਾ ਫਰਸਟ ਸਟੇਜ। ਬਿਲਕੁਲ। ਐਫਆਈਆਰ ਦੇ ਵਿੱਚ ਸਾਡੇ ਬਹੁਤ ਸਾਰੇ ਕੇਸਾਂ 'ਚ, ਮਤਲਬ ਜਦ ਮੈਂ ਹੁਣ ਸਰਹਾਲੀ ਬਲਾਸਟ ਦੀ ਅਟੈਕ ਦੀ ਗੱਲ ਕੀਤੀ ਜਾਂ ਈਵਨ ਸਿੱਧੂ ਮੂਸੇਵਾਲਾ ਦੇ ਅਟੈਕ ਦੀ ਗੱਲ ਕੀਤੀ, ਕਿਉਂਕਿ ਜਦੋਂ ਐਫਆਈਆਰ ਦਰਜ ਹੁੰਦੀ ਹੈ ਇਟ ਸੈਟਸ ਦਾ ਕ੍ਰਿਮੀਨਲ ਲਾਅ ਇਨਟੂ ਮੋਸ਼ਨ। ਉਦੋਂ ਤੇ ਐਫਆਈਆਰ ਦੇ ਵਿੱਚ ਕਿਸੇ ਦਾ ਵੀ ਨਾਂ ਨਹੀਂ ਹੁੰਦਾ ਇਨ ਐਫਆਈਆਰ 'ਚ, ਕਿਉਂਕਿ ਉਹ ਜੋ ਸੀਨ ਆਫ ਕ੍ਰਾਈਮ ਤੇ ਜੋ ਗੱਲ ਹੁੰਦੀ ਹੈ। ਇਨਫੈਕਟ ਬ੍ਰਿਟਿਸ਼ ਟਾਈਮਸ ਦੇ ਵਿੱਚ ਦੋ ਲਾਈਨਾਂ ਦੀ, ਤਿੰਨ ਲਾਈਨਾਂ ਦੀ ਐਫਆਈਆਰ ਸ਼ਾਰਟ ਹੁੰਦੀ ਸੀ ਕਿ ਜੀ ਸੋ ਐਂਡ ਸੋ ਮੋਟਰਸਾਈਕਲ ਤੇ ਆਇਆ, ਇਸ ਬੰਦੇ ਦਾ ਕਤਲ ਕਰਤਾ, ਜਿਹੜੀ ਕਿ ਫੈਕਚੁਅਲ ਗੱਲ ਹੁੰਦੀ ਹੈ। ਉਸ ਤੋਂ ਬਾਅਦ ਦਾ ਕ੍ਰਿਮੀਨਲ ਲਾਅ ਇਜ਼ ਸੈਟ ਇਨਟੂ ਮੋਸ਼ਨ। ਜਿਹੜੀ ਅਸੀਂ ਇਨਵੈਸਟੀਗੇਸ਼ਨ ਕਰਦੇ ਹਾਂ ਉਸ ਨੂੰ ਅਸੀਂ ਰਿਕਾਰਡ ਤੇ ਲੈ ਕੇ ਆਉਂਦੇ, ਅਸੀਂ ਸਟੇਟਮੈਂਟ ਲਿਖਦੇ ਹਾਂ, ਅਸੀਂ ਐਵੀਡੈਂਸ ਕਲੈਕਟ ਕਰਦੇ ਹਾਂ। ਉਸ ਦੇ ਵਿੱਚ ਜੇ ਕਿਸੇ ਦੀ ਇੰਡੀਕੇਸ਼ਨ ਆਉਂਦੀ ਹੈ ਫਿਰ ਅਸੀਂ ਅੱਗੇ ਇਨਵੈਸਟੀਗੇਸ਼ਨ ਨੂੰ ਅੱਗੇ ਲੈ ਕੇ ਜਾਂਦੇ ਅੰਮ੍ਰਿਤਪਾਲ ਬਹੁਤ ਡਾਇਰੈਕਟਲੀ ਇਨ ਟੱਚ ਵਿਦ ਅਰਸ਼ਦੁੱਲਾ ਜਾਂ ਪੁੱਛਗਿੱਛ ਕਰਨ ਜਾ ਰਹੇ ਹੋ ਸਰ ਅੰਮ੍ਰਿਤਪਾਲ? ਹਾਂ। ਨਹੀਂ, ਡੈਫੀਨੇਟਲੀ ਦੇਖੋ ਜੀ, ਇਸ ਦੇ ਵਿੱਚ ਐਸ ਜਿਵੇਂ ਮੈਂ ਕਿਹਾ ਐਸ ਪਰ ਲਾਅ ਜਿਸ ਦੀ ਜੋ ਲਾਇਬਿਲਿਟੀ ਹੋਊਗੀ, ਕਿਸੇ ਜੇ ਲੋਡ ਪਏਗੀ ਕੁਐਸਚਨਿੰਗ ਵੀ ਹੋਊਗੀ, ਜੇ ਲੋਡ ਪਏਗੀ ਅਰੈਸਟ ਵੀ ਹੋਊਗੀ, ਡਿਪੈਂਡਿੰਗ ਔਨ ਦੀ ਐਵੀਡੈਂਸ। ਯਾਰ ਸਰ ਡਾਇਰੈਕਟਲੀ ਇਨ ਟੱਚ ਸੀ ਅੰਮ੍ਰਿਤਪਾਲ ਅਰਸ਼ਦੁੱਲਾ ਦੇ ਨਾਲ ਕਿ ਕੁਝ ਇਨਰ ਲਿੰਕ ਵੀ ਕੁਝ ਸਮਝ ਜਿਹੜੀ ਇਨਵੈਸਟੀਗੇਸ਼ਨ ਕੁਝ ਆਇਆ ਹੋਵੇ ਕਿ ਅੰਮ੍ਰਿਤਪਾਲ ਡਾਇਰੈਕਟਲੀ ਅਰਸ਼ਦੁੱਲਾ ਦੇ ਨਾਲ ਲਿੰਕ ਸੀਗਾ ਕਿ ਉਸਦੇ ਥਰੂ ਕਿਸੇ ਦੇ ਥਰੂ ਲਿੰਕ ਸੀਗਾ? ਅਸੀਂ ਨਾ ਜੀ ਅਗਲੀ ਪੀਸੀ ਵੀ ਕਰਾਂਗੇ, ਫਿਰ ਦੱਸਾਂਗੇ। ਸੋ ਇਟ ਇਜ਼ ਅ ਵੈਰੀ ਕੰਪਲੈਕਸ ਇਨਵੈਸਟੀਗੇਸ਼ਨ ਵਿਚ ਇਜ਼ ਬੀਇੰਗ ਡਨ ਪ੍ਰੋਫੈਸ਼ਨਲੀ। ਸਰ ਤੁਸੀਂ ਕਹਿ ਰਹੇ ਹੋ ਲਗਾਤਾਰ ਕਿ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਜਾਏਗੀ, ਸਾਰਾ ਜੋ ਵੀ ਇੰਸਟਾਲੇਸ਼ਨ ਬੈਕ ਟੂ ਬੈਕ ਕਈ ਜਜਮੈਂਟਸ ਆਈਆਂ ਹਾਈ ਕੋਰਟ ਦੀਆਂ ਜਿਸ 'ਚ ਉਹਨਾਂ ਨੇ ਪੰਜਾਬ ਪੁਲਿਸ ਦੇ ਉੱਤੇ ਕੁਐਸਚਨ ਮਾਰਕ ਲਗਾਏ ਨੇ। ਉਹਨਾਂ ਨੇ ਕਿਹਾ ਕਿ ਇੰਟੈਗ੍ਰਿਟੀ ਕੁਐਸਚਨੇਬਲ ਹੈ। ਕੱਲ ਵੀ ਇੱਕ ਜਜਮੈਂਟ ਆਈ ਗੁਰਸ਼ੇਰ ਵਾਲੇ ਮਾਮਲੇ ਦੇ ਵਿੱਚ, ਇੱਕ ਕੇਬਲ ਟੀਵੀ ਦੇ ਜਿਹੜੇ ਕੇਸਿਸ ਨੇ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਸੀਬੀਆਈ ਨੇ ਕੀਤੀ ਹੈ, ਪੰਜਾਬ ਪੁਲਿਸ ਕੋਲ ਕੰਮ ਨਹੀਂ
ਇਹਦੇ ਬਾਰੇ ਸਰ ਜਿਹੜੀ ਕਮੀਆਂ ਆ ਰਹੀਆਂ ਦੇਖੋ ਜੀ, ਮਾਨਯੋਗ ਕੋਰਟਾਂ ਦੇ ਜਿਹੜੇ ਸਬ ਜੁਡਿਸ ਮੈਟਰਸ ਹੁੰਦੇ ਹੈ ਤੇ ਅਸੀਂ ਕਮੈਂਟ ਨਹੀਂ ਕਰ ਸਕਦੇ। ਸੋ ਵੀ ਹੈਵ ਦ ਹਾਈਐਸਟ ਰਿਗਾਰਡਸ ਫॉर ਦ ਜੁਡੀਸ਼ੀਅਰੀ ਐਂਡ ਦ ਕੋਰਟਸ। ਸਰ ਇੱਕ ਪਿਛਲੇ ਦਿਨਾਂ ਦੇ ਵਿੱਚ ਵੀਡੀਓ ਜਾਰੀ ਕੀਤੀ ਸੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ, ਜਿਨ੍ਹਾਂ ਨੇ ਕਿਹਾ ਉਹਨਾਂ ਨੂੰ ਥ੍ਰੈਟ ਮਿਲ ਰਹੇ ਹੈ, ਉਹਨਾਂ ਦੇ ਪਰਿਵਾਰ ਨੂੰ ਖਤਰਾ ਹੈ, ਉਹਨਾਂ ਦੀ ਬੇਟੀਆਂ ਨੂੰ ਲੈ ਕੇ ਕਈ ਤਰ੍ਹਾਂ ਦੀ ਗੱਲਾਂ ਹੋ ਰਹੀਆਂ ਨੇ। ਕਿਆ ਪੰਜਾਬ ਪੁਲਿਸ ਇਸ ਮਸਲੇ ਤੇ ਕੋਈ ਐਕਸ਼ਨ ਲੈਣ ਜਾ ਰਹੀ ਹੈ ਜਾਂ ਕੰਪਲੇਂਟ ਦਾ ਇੰਤਜ਼ਾਰ ਕਰ ਰਹੀ ਹੈ? ਨਹੀਂ, ਜਿਵੇਂ ਇਸ ਦੇ ਵਿੱਚ ਰਹੀ ਹੈ ਫਿਰ ਜਿੱਦਾਂ ਸਿੰਘ ਦਾਵਾ ਨੇ ਕੰਪਲੇਂਟ ਵੀ ਪਾਈ ਹੈ ਤੁਹਾਨੂੰ ਜੀ ਜੋ ਨੇ ਕਰ ਇਸ ਮਾਮਲੇ 'ਚ ਤੇ ਕਾਰਵਾਈ ਕੀਤੀ ਜਾਵੇ। ਤੁਸੀਂ ਸਰ ਜਵਾਬ ਨਹੀਂ, ਇਸ ਦੇ ਵਿੱਚ ਨਾ ਜੀ ਜਿਵੇਂ ਕੱਲ ਸੀਐਮ ਸਾਹਿਬ ਨੇ ਵੀ ਇੱਕ ਸਟੇਟਮੈਂਟ ਦਿੱਤੀ ਸੀਗੀ, ਸੋ ਮਤਲਬ ਇਸ ਨੂੰ ਬਹੁਤ ਸੀਰੀਅਸਲੀ ਲਿਆ ਗਿਆ ਹੈਗਾ ਤੇ ਅੱਗੇ ਜਿਵੇਂ ਐਸ ਪਰ ਲਾਅ ਜੇ ਸਾਡੇ ਕੋਲ ਜਿਵੇਂ ਕੰਪਲੇਂਟ ਆਊਗੀ, ਕੋਈ ਰਿਕਾਰਡਿੰਗ ਆਉਂਦੀ ਹੈ ਕੋਈ, ਸੋ ਐਸ ਪਰ ਲਾਅ ਕਾਰਵਾਈ ਕੀਤੀ ਜਾਊਗੀ। ਸਰ ਇਹਦੇ ਵਿੱਚ ਇੱਕ ਅਹਿਮ ਕੁਐਸਚਨ ਹੈ ਜਿਹਦਾ ਸਾਰੇ ਚੀਜ਼ਾਂ ਪੰਜਾਬ ਪੁਲਿਸ ਨੇ ਬੜੀ ਵੱਡੀ ਸਫਲਤਾ ਹਾਸਿਲ ਕੀਤੀ ਹੈ, ਲੇਕਿਨ ਜਿਹੜਾ ਅੰਮ੍ਰਿਤਪਾਲ ਦੀ ਅਸੀਂ ਗੱਲ ਕਰ ਲਈਏ, ਅੰਮ੍ਰਿਤਪਾਲ ਦੇ ਖਿਲਾਫ ਕਿਉਂਕਿ ਲਗਾਤਾਰ ਇਨੀਸ਼ੀਅਲ ਇਨਵੈਸਟੀਗੇਸ਼ਨ ਰਿਮਾਂਡ ਦੌਰਾਨ ਚੱਲ ਰਹੇ ਹਨ, ਇਨੀਸ਼ੀਅਲ ਇਨਵੈਸਟੀਗੇਸ਼ਨ 'ਚ ਉਹਦੇ ਖਿਲਾਫ ਕੋਈ ਐਵੀਡੈਂਸ ਆਇਆ ਸਟੇਟਮੈਂਟ ਦੇ ਆਧਾਰ ਤੇ ਕੰਸਪੀਰੇਸੀ ਜਿਹੜੀ ਹੈਗੀ? ਨਹੀਂ, ਐਵੀਡੈਂਸ ਦੇਖੋ ਜੀ, ਪ੍ਰੋਫੈਸ਼ਨਲੀ ਸਪੀਕਿੰਗ ਜਿਹੜੀ ਕਨਸਪੀਰੇਸੀ ਹੈਗੀ, ਇਹ ਕਨਸਪੀਰੇਸੀ ਇਜ਼ ਅ ਮੀਟਿੰਗ ਆਫ ਮਾਈਂਡਸ। ਸੋ ਇਸ ਦੀ ਇਨਵੈਸਟੀਗੇਸ਼ਨ ਇਸ ਨੂੰ ਪ੍ਰੂਫ ਕਰਨਾ ਕੰਪਲਿਕੇਟਡ ਹੈ, ਬਟ ਸਾਡੇ ਕੋਲ ਐਵੀਡੈਂਸ ਆਈ ਹੈ, ਸੋ ਉਸ ਐਵੀਡੈਂਸ ਨੂੰ ਅਸੀਂ ਅੱਗੇ ਡਿਵੈਲਪ ਕਰਾਂਗੇ ਤੇ ਐਸ ਪਰ ਲਾਅ ਅੱਗੇ ਕਾਰਵਾਈ ਕਰਾਂਗੇ। ਸਰ ਇਨੀਸ਼ੀਅਲੀ खिलाफ है सर एविडेंस साहब जी, तो उसको इन्वेस्टिगेशन कर सकते हैं। वो इन्वेस्टिगेशन चल रही है जी। ਸਰ ਇਨੀਸ਼ੀਅਲੀ ਇਨਵੈਸਟੀਗੇਸ਼ਨ 'ਚ ਜਿਹੜੇ ਵੀ ਫੜੇ ਗਏ ਨੇ ਉਹਨਾਂ ਦੀ ਕੁਝ ਚੀਜ਼ਾਂ ਆਈ ਕਿੱਥੇ ਰੈਕੀ ਹੋਈ, ਪਲੈਨਿੰਗ ਕਾਫੀ ਟਾਈਮ ਤੋਂ ਚੱਲ ਰਹੀ ਸੀ, ਔਰ ਜਿੱਦਾਂ ਤੁਸੀਂ ਦੱਸਿਆ ਕਿਉਂਕਿ ਗੁਰਪ੍ਰੀਤ ਸਿੰਘ ਫਾਊਂਡਰ ਸੀ ਔਰ ਕਾਫੀ ਪਹਿਲਾਂ ਤੋਂ ਇਹਨਾਂ ਦੀ ਆਪਸੀ ਹੋਈ, ਇਹਨਾਂ ਨੂੰ ਪਹਿਲਾਂ ਵੀ ਕਾਫੀ ਚੀਜ਼ਾਂ ਹੋਈ, ਤਾਂ ਰੈਕੀ ਪਲੈਨਿੰਗ ਇਹ ਕਦ ਤੋਂ ਚੱਲ ਰਹੀ ਸੀ? ਨਹੀਂ, ਕਾਫੀ ਕੁਝ ਗੱਲਾਂ ਕਲੀਅਰ ਹੋਈਆਂ ਹੈ। ਮਤਲਬ ਸਾਨੂੰ ਇੱਕ ਤੇ ਹੁਣ ਜਿਵੇਂ ਮੈਂ ਦੱਸਿਆ ਅਸੇਲੈਂਟਸ ਦਾ ਕਲੀਅਰ ਸਾਨੂੰ ਪਤਾ ਹੈਗਾ, ਇਨਫੈਕਟ ਉਹਨਾਂ ਦੀ ਫੋਟੋ ਤੋਂ ਹੀ ਮਤਲਬ ਸਰਟਨ ਥਿੰਗਸ ਵੀ ਕੈਨ ਨਾਟ ਡਿਸਕਲੋਜ਼। ਸੋ ਉਹ ਜਿਵੇਂ ਮੈਂ ਗੱਲ ਦੱਸੀ ਸੀ ਕਿ ਜਿਵੇਂ ਮਤਲਬ ਬਹੁਤ ਜ਼ਿਆਦਾ ਸਾਡੀ ਟੀਮ ਨੇ ਮਿਹਨਤ ਕੀਤੀ ਕਿ ਜਿੱਥੇ ਸੀਨ ਆਫ ਕ੍ਰਾਈਮ ਦੇ ਨੇੜੇ ਕੋਈ ਜਿਵੇਂ ਕਿਸੇ ਦੀ ਵੀਡੀਓ ਆਈ ਉਸ ਦੇ ਵਿੱਚ ਉਸ ਤੋਂ ਫੋਟੋ ਕਰ ਲੈ ਲਈ, ਫਿਰ ਉਸ ਦੀ ਬੈਕਵਰਡ ਟ੍ਰੇਸਿੰਗ ਕਰਕੇ ਕਿਤੇ ਹੋਰ 15 ਕਿਲੋਮੀਟਰ ਪਿੱਛੇ ਜੇ ਉਹੀ ਸ਼ਖਸ ਦੁਬਾਰਾ ਆਇਆ, ਸੋ ਦੋਵਾਂ ਦਾ ਤੁਸੀਂ ਡੰਪ ਚੱਕੋ ਜੀ, ਫਿਰ ਉੱਥੇ ਕਾਮਨ ਨੰਬਰਸ, ਸੋ ਇਹ ਹਾਈਲੀ ਟੈਕਨੀਕਲੀ ਇਨਵੈਸਟੀਗੇਸ਼ਨ ਕੀਤੀ ਗਈ ਜੀ। ਤੇ ਇਸ ਤੋਂ ਇਲਾਵਾ ਜਿਵੇਂ ਮੈਂ ਕਿਹਾ ਕਿ ਸਾਡੇ ਕੋਲ ਹਿਊਮਨ ਇੰਟੈਲੀਜੈਂਸ ਕੁਝ ਸਟੇਟਮੈਂਟਸ ਵੀ ਆਈਆਂ ਜੀ, ਸੋ ਇੱਕ ਬੜੇ ਕੰਪਰੀਹੈਂਸਿਵ ਤਰੀਕੇ ਨਾਲ ਇਹਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੀ। ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਦਾ ਹੀ ਨਾਮ ਹੈ ਜਾਂ ਬਾਕੀ ਸਾਥੀਆਂ ਵੀ ਕੋਈ ਇਨਵੋਲਵਮੈਂਟ ਹੈ ਵਾਰਿਸ ਪੰਜਾਬ ਦੇ, ਕਿਉਂਕਿ ਕਾਫੀ ਲੋਕ ਨੇ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਅੰਦਰ ਨੇ? ਹਜੇ ਇਟ ਇਜ਼ ਦੇਖੋ ਜੀ, ਜਿਵੇਂ ਅਬਰੋਡ ਤੇ ਕਾਫੀ ਕਈ ਲੋਕ ਇਹਦੇ ਵਿੱਚ ਇਨਵੋਲਵਡ ਹੈਗੇ, ਸੋ ਜਿਵੇਂ ਮੈਂ ਪਹਿਲੇ ਕਿਹਾ ਸੀਗਾ ਕਿ ਮਲਟੀ ਲੇਅਰਡ ਕਨਸਪੀਰੇਸੀ, ਸੋ ਅਸੀਂ ਇਹਦੀ ਤਹਿ ਤੱਕ ਜਾਵਾਂਗੇ। ਫਿਰ ਬਾਹਰ ਦੇ ਲੋਕੀ ਇਨਵੋਲਵ ਨੇ ਜਿੱਦਾਂ ਫੋਨ ਕਰਕੇ ਜੇ ਬੈਠੇ ਅਲੱਗ-ਅਲੱਗ, ਉਹ ਫਿਰ ਕਿਵੇਂ ਕਰੋ? ਕਿਉਂਕਿ ਅਕਸਰ ਤਾਂ ਇੰਟਰਪੋਲ ਤੇ ਕਿਸ ਦਰਜੀ ਕਿਤਾ ਤੁਸੀਂ ਕਰੋਗੇ ਆਗੇ, ਕਿਉਂਕਿ ਬਾਹਰੋਂ ਲਿਆਉਣਾ ਬੜਾ ਮੁਸ਼ਕਿਲ ਹੁੰਦਾ, ਅਨਟ੍ਰੇਸ ਕੇਸ ਹੋਏ ਨੇ ਨਾਤੇ ਕਿਵੇਂ ਕਰੋਗੇ? ਦੇਖੋ ਜੀ, ਬਾਹਰੋਂ ਜਿਵੇਂ ਹੁਣ ਅਰਸ਼ ਡੱਲਾ ਹੈ, ਅਰਸ਼ ਡੱਲਾ ਹੁਣ ਸਾਡਾ ਡਿਕਲੇਅਰਡ ਟੈਰਰਿਸਟ ਹੈ, ਸਾਡੇ ਕੇਸਾਂ 'ਚ ਪ੍ਰੋਕਲੇਮਡ ਆਫੈਂਡਰ ਹੈ। ਹੁਣ ਜਿਵੇਂ ਜਿਹੜਾ ਨਵਾਂ ਲਾਅ BNSS ਆਇਆ ਉਸ ਦੇ ਵਿੱਚ ਕਹਿੰਦੇ ਤੁਸੀਂ PO ਦਾ ਵੀ ਟ੍ਰਾਇਲ ਹੋ ਸਕਦਾ, ਸੋ ਐਸ ਪਰ ਲਾਅ ਸਾਡੀ ਜਿਵੇਂ MLAT ਟ੍ਰੀਟੀਜ਼ ਹੈਗੀਆਂ ਦੂਜੀ ਕੰਟਰੀਜ਼ ਨਾਲ, ਅਸੀਂ ਇਨਫੋਰਮੇਸ਼ਨ ਮੰਗਦੇ ਹੈਗੇ, LR ਇਸ਼ੂ ਹੁੰਦੇ, ਲੈਟਰ ਰੋਗੇਟਰੀ ਇਸ਼ੂ ਹੁੰਦੇ, ਜੇ ਲੋੜ ਹੁੰਦੀ ਹੈ ਕਿਸੇ ਦੀ ਅਸੀਂ ਇੰਟਰਨੈਸ਼ਨਲ ਅਰੈਸਟ ਵਾਰੰਟ ਇਸ਼ੂ ਕਰਦੇ ਹਾਂ। ਸੋ ਜਿਹੜੇ ਲੀਗਲ ਇੰਟਰਨੈਸ਼ਨਲ ਟੂਲਸ ਹੈਗੇ ਉਹ ਤੇ ਅਸੀਂ ਯੂਜ਼ ਕਰਾਂਗੇ। ਇਸ ਤੋਂ ਇਲਾਵਾ ਕਿਉਂਕਿ ਜਿਹੜੀ ਸਾਡੀ ਪੰਜਾਬੀ ਡਾਇਸਪੋਰਾ ਦੇ ਵਿੱਚ ਸਾਡਾ ਐਕਸਚੇਂਜ ਆਫ ਇਨਫੋਰਮੇਸ਼ਨ, ਉੱਥੋਂ ਵੀ ਲੋਕ ਸਾਨੂੰ ਇਨਫੋਰਮੇਸ਼ਨ ਦਿੰਦੇ, ਸੋ ਸਾਨੂੰ ਉਹ ਵੀ ਓਵਰ ਟੈਲੀਫੋਨ ਅਸੀਂ ਕਿਸੇ ਦਾ ਸਟੇਟਮੈਂਟ ਔਨ ਵੀਡੀਓ ਰਿਕਾਰਡ ਕਰ ਲੈਂਦੇ ਹਾਂ। ਸੋ ਅੱਜ ਕੱਲ੍ਹ ਲਾਅ ਇਜ਼ ਐਡਵਾਂਸਿੰਗ, ਸੋ ਸਰਟਨ ਥਿੰਗਸ ਆਰ ਐਡਮਿਸਿਬਲ ਆਲਸੋ, ਸੋ ਉਸ ਦੇ ਮੁਤਾਬਿਕ ਅਸੀਂ ਇਨਵੈਸਟੀਗੇਸ਼ਨ ਦੇ ਸਾਰੇ ਜਿਹੜੇ ਆਯਾਮ ਹੈਗੇ ਉਹਨਾਂ ਨੂੰ ਸਾਰੇ ਐਂਗਲਸ ਤੋਂ ਕਰਾਂਗੇ ਜੀ। ਸਰ ਜਿਸ ਤਰੀਕੇ ਨਾਲ ਅੰਮ੍ਰਿਤਪਾਲ ਦਾ ਨਾਮ ਲਿਆ, ਦੂਸਰਾ ਅਰਸ਼ ਡੱਲਾ ਜਿਹੜੇ ਵਿਦੇਸ਼ ਬੈਠਾ, ਮਤਲਬ ਕਿ ਅੰਮ੍ਰਿਤਪਾਲ ਜੇਲ੍ਹ ਤੋਂ ਇੰਟਰਨੈਸ਼ਨਲ ਗੈਂਗਸਟਰ ਦੇ ਨਾਲ ਸੰਬੰਧ ਰੱਖ ਰਿਹਾ ਸੀ? ਦੇਖੋ ਜੀ, ਇੰਡੀਕੇਸ਼ਨ ਤੇ ਹਜੇ ਆਹੀ ਹੈਗੀ, ਜਿਵੇਂ ਮੈਂ ਕਿਹਾ ਇਸ ਕਾਨਫਰੰਸ 'ਚ ਕਈ ਹੋਰ ਲੋਕ ਇਨਵੋਲਵ ਹੈਗੇ। ਅੰਮ੍ਰਿਤਪਾਲ ਨੂੰ ਸ਼ੁਰੂ ਹੋਇਆ ਜਾਂ ਸਿੱਧਾ ਡਾਇਰੈਕਟ ਕੀ ਨਜ਼ਰ ਆ ਰਿਹਾ ਪਹਿਲੀ ਨਜ਼ਰ? ਉਹ ਐਜ਼ ਆਈ ਸੈਡ ਕਿ ਅਸੀਂ ਪੂਰੇ ਡਿਟੇਲ ਵਿਸਤਾਰਪੂਰਵਕ ਦੱਸਾਂਗੇ, ਕਿਉਂਕਿ ਇਹ ਤੇ ਜੇ ਹਜੇ ਹੁਣੇ ਇਨਵੈਸਟੀਗੇਸ਼ਨ ਸ਼ੁਰੂ ਹੋਈ ਹੈ ਜੀ। ਸਰ ਇਸ ਤੋਂ ਇਲਾਵਾ ਫੈਸਟੀਵਲ ਸੀਜ਼ਨ ਨੂੰ ਲੈ ਕੇ ਤਿਆਰੀਆਂ ਕੀਤੀ ਜਾ ਰਹੀ, ਲੇਕਿਨ ਅੱਜ ਇੱਕ ਵੱਡੀ ਸਫਲਤਾ ਵੀ ਹਾਸਿਲ ਕੀਤੀ ਹੈ, ਜਿਹੜਾ RDX ਰਿਕਵਰ ਕੀਤਾ ਗਿਆ, ਉਹਦੇ 'ਚ ਇੱਕ ਲੈਟਰ ਵੀ ਜਿਹੜਾ ਹੈਗਾ ਉਹ ਕੀਤਾ ਗਿਆ BSF ਤੇ ਜੁਆਇੰਟ ਆਪਰੇਸ਼ਨ। ਤਾਂ ਕਿਸ ਤਰ੍ਹਾਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ, ਕਿਉਂਕਿ ਕਈ ਚੀਜ਼ਾਂ ਹੈਗੀਆਂ ਉਸ ਲੈਟਰ ਵਿੱਚ? ਦੇਖੋ ਜੀ, ਫੈਸਟੀਵਲ ਹਾਂਜੀ ਨਹੀਂ, ਉਹ ਅਸੀਂ ਬਹੁਤ ਜ਼ਿਆਦਾ ਸਜਗ ਤੇ ਅਲਰਟ ਹੈਗੇ, ਜਿਵੇਂ ਮੈਂ ਪਹਿਲੇ ਵੀ ਕਈ ਵਾਰੀ ਕਿਹਾ ਕਿ ਇਹ ਲੋ ਇੰਟੈਂਸਿਟੀ ਵਾਰਫੇਅਰ ਹੈ, ਕਿ ਜਿਹੜਾ ਪਾਕਿਸਤਾਨ ਤੇ ਪਾਕਿਸਤਾਨ ਦੀ ISI ਹੈਗੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰੋ। ਸੋ ਪੰਜਾਬ ਪੁਲਿਸ ਇਜ਼ ਫੁਲੀ ਅਵੇਅਰ ਆਫ
these designs ਤੇ ਅਸੀਂ ਬਹੁਤ ਜ਼ਿਆਦਾ BSF ਨਾਲ ਦੂਜੀ ਏਜੰਸੀਆਂ ਨਾਲ ਤਾਲਮੇਲ ਕਰਕੇ ਤੇ ਸਾਡੇ ਬਹੁਤ ਜੁਆਇੰਟ ਆਪਰੇਸ਼ਨਸ ਹੋਏ ਆ, ਰਿਕਵਰੀਜ਼ ਹੋਈਆਂ ਤੇ ਇੱਕ ਹੋਰ ਚੁੱਕੀ ਅਸੀਂ ਅੱਜ ਬੈਠੇ ਹੈਗੇ ਮੈਂ ਦੋ ਰੀਸੈਂਟਲੀ ਅਸੀਂ ਇੱਕ ਮੀਟਿੰਗ ਕੀਤੀ ਸੀਗੀ ਕਿ ਜਿਹੜੇ ਵਾਈਡਰ ਕਹ ਲਓ ਟੈਰਰ ਤੋਂ ਸਟੇਟ ਨੂੰ ਮਹਿਫੂਜ਼ ਰੱਖਣਾ, ਹਾਰਮੋਨੀ ਬਣਾ ਕੇ ਰੱਖਣਾ, ਇਹ ਸਾਡਾ ਪ੍ਰਾਇਮਰੀ ਕੰਮ ਹੈ। ਇਸ ਦੇ ਨਾਲ ਨਾਲ ਜਿਹੜੇ ਆਮ ਲੋਕਾਂ ਨੂੰ ਅਸੀਂ ਦੇਖਿਆ ਦੋ ਚੀਜ਼ਾਂ ਇਫੈਕਟ ਕਰਦੀ ਹੈ। ਇੱਕ ਤੇ ਜਿਹੜਾ ਹੈਗਾ ਵਾਇਲੈਂਟ ਕ੍ਰਾਈਮ, ਸਟਰੀਟ ਕ੍ਰਾਈਮ ਜਿਸ ਨੂੰ ਅਸੀਂ ਕਹਿੰਦੇ ਹਾਂ, ਤੇ ਦੂਜਾ ਸੇਲ ਆਫ ਡਰੱਗਸ ਗਲੀਆਂ ਤੇ ਮੁਹੱਲਿਆਂ 'ਚ, ਪਿੰਡਾਂ 'ਚ। ਸੋ ਇਹ ਅਸੀਂ ਇੱਕ ਸਪੈਸ਼ਲ ਕੈਂਪੇਨ ਚਲਾਈ, ਅਸੀਂ ਸਾਰੇ SSPs ਨੂੰ ਟਾਸਕ ਦਿੱਤਾ ਹੈ, CPs ਨੂੰ, ਕਿ ਤੁਸੀਂ ਪ੍ਰੋਫੈਸ਼ਨਲ ਤਰੀਕੇ ਨਾਲ ਜਿਹੜਾ ਸਟਰੀਟ ਕ੍ਰਾਈਮ ਹੈ, ਸਨੈਚਿੰਗ ਹੁੰਦੀ ਹੈ, ਹੋਰ ਕ੍ਰਾਈਮ ਹੁੰਦਾ ਹੈ, ਵੀ ਉਸ ਨੂੰ ਇੱਕ ਤੇ ਦਰਜ ਕੀਤਾ ਜਾਵੇ ਇਮੀਡੀਏਟਲੀ। ਉਸ ਤੋਂ ਬਾਅਦ ਆਪਣੇ ਏਰੀਏ 'ਚ ਕ੍ਰਾਈਮ ਮੈਪਿੰਗ ਕਰੋ, ਕਿੱਥੇ ਕਿੱਥੇ ਜਿਹੜੀ ਟਾਈਮ ਸੈਂਸਿਟਿਵ, ਡਿਸਟੈਂਸ ਸੈਂਸਿਟਿਵ ਕਿੱਥੇ ਕ੍ਰਾਈਮ ਹੁੰਦਾ ਹੈ, ਫਿਰ ਉਸ ਨੂੰ ਉਸ ਦੇ ਮੁਤਾਬਿਕ ਸਾਡੀ ਪੈਟਰੋਲਿੰਗ, ਸਾਡੀ ਡਿਪਲੋਇਮੈਂਟ ਜਿਹੜੀ ਉਹ ਰੀਓਰੀਐਂਟ ਕੀਤੀ ਜਾਏ ਤੇ ਉਹ ਕ੍ਰਾਈਮ ਹੌਟ ਸਪੌਟਸ ਅਸੀਂ ਬਣਾਏ ਹੈ। ਸੋ ਅਸੀਂ ਦੇਖਿਆ ਡਰੱਗ ਹੌਟ ਸਪੌਟਸ ਹੈਗੇ ਤੇ ਉਹ ਸਨੈਚਿੰਗ ਹੌਟ ਸਪੌਟਸ ਕਈ ਥਾਵਾਂ ਤੇ ਓਵਰਲੈਪ ਕਰਦੇ ਹਨ। ਸੋ ਇਸ ਤੇ ਅਸੀਂ ਇੱਕ ਵੱਡਾ ਅਭਿਆਨ ਚਲਾ ਰਹੇ ਹਾਂ ਕਿ ਸਾਡੀ ਕੋਸ਼ਿਸ਼ ਹੈ ਕਿ ਆਮ ਲੋਕਾਂ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਜਿਹੜੀ ਆਮ ਲੋਕਾਂ ਦੇ ਵਿੱਚ ਹੈ ਉਹ ਮਹਿਸੂਸ ਕਰਨ ਕਿ ਦੇ ਆਰ ਸੇਫ ਐਂਡ ਸਿਕਿਉਰ। ਤੇ ਇਸ ਲਈ ਮੈਂ ਵੀ ਹੁਣ ਪਿਛਲੇ ਕੁਝ ਦਿਨਾਂ 'ਚ ਥੋੜਾ ਐਕਟਿਵਲੀ ਕਿ ਮੈਂ ਥਾਣਿਆਂ ਦੀ ਵਿਜ਼ਿਟ ਕਰ ਰਿਹਾ ਜਾਂ ਆਪਣੀ ਫੋਰਸ ਨਾਲ ਇੰਟਰੈਕਸ਼ਨ पे ਵਧਾਈ ਹੈ, ਪਬਲਿਕ ਮੀਟਿੰਗਸ ਕਰ ਰਿਹਾ। तो our aim is to provide better quality policing to the people. सर ਜਿਵੇਂ एक RDX ਆਈ ਸਰ ਉੱਥੋਂ RDX ਜਿਹੜੇ ਪਾਕਿਸਤਾਨ ਤੋਂ ਆਈ ਹੋਈ ਹੈ, ਜਿਹੜਾ ਅਕਸਰ ਕਿਸੇ ਲੋਕਲ ਤਫਤੀਸ਼ ਚੱਲ ਰਿਹਾ ਹੈ ਸਰ, ਹੋਰ ਕਿਉਂਕਿ ਵੈਪਨਸ ਵੀ ਆ ਰਹੇ ਹਨ, ਕਿਉਂਕਿ ਅਕਸਰ ਉੱਥੇ ਇਹਦਾ ਸਿਰ ਚੱਲੀਏ ਰੁਕਣਾ ਕਿੰਨਾ ਹੈ ਸਰ, ਕਿਉਂਕਿ ਅਕਸਰ ਤਕਰੀਬਨ 12-13 ਡਰੋਨ ਡੇਲੀ ਕੋਈ ਨਾ ਕੋਈ ਆ ਹੀ ਰਹੇ ਸਰ ਕਰਕੇ ਤਾਂ ਸੁੱਟ ਰਹੇ ਹੈ, ਔਰ ਇੱਥੋਂ ਤੱਕ ਲੋਕਲ ਫਾਰਮਰਸ ਦੀ ਵੀ ਕੰਪਲੇਂਟ ਹੈ ਕਿ ਬਾਰ-ਬਾਰ नहीं बाजवा साहब ਤੁਹਾਡੀ ਗੱਲ ਠੀਕ ਹੈ। ਇੱਕ ਮੈਂ ਸਿੰਸ ਵੀ ਆਰ ਮੈਂ ਸਿਰਫ ਇੱਕ ਗੱਲ ਤੇ ਮਤਲਬ ਇੱਕ ਕਾਫੀ ਇਸ ਤੇ ਬਹੁਤ ਚੰਗਾ ਕੰਮ ਹੋਇਆ ਪ੍ਰੋਫੈਸ਼ਨਲ ਤਰੀਕੇ ਨਾਲ। ਹੁਣ ਦੇਖੋ ਡਰੋਨ ਮਤਲਬ BSF ਨੇ ਇੱਕ ਤੇ ਮਤਲਬ ਅਗੇਨ ਪਬਲਿਕਲੀ ਮੈਂ ਨਹੀਂ ਕਹਿ ਸਕਦਾ, ਬਟ ਟੈਕਨੋਲੋਜੀ ਸਾਡੇ ਕੋਲ ਆਈ ਹੈ ਜਿਹੜੀ ਹਲੇ ਡਿਵੈਲਪ ਹੋ ਰਹੀ ਹੈ ਤੇ ਡਰੋਨਸ ਆਰ ਬੀਇੰਗ ਸ਼ਾਟ ਡਾਊਨ, ਨੰਬਰ 1। ਨੰਬਰ 2 ਉਹਨਾਂ ਨੂੰ ਨੁਕਸਾਨ ਇੰਨਾ ਹੋ ਰਿਹਾ ਕਿ ਡਰੋਨਸ ਦਾ ਪੇਲੋਡ ਘਟ ਗਿਆ ਹੈ। ਇਨਫੈਕਟ ਪਹਿਲੇ 8-10 kg ਦੇ ਡਰੋਨ 8-10 kg ਹੀਰੋਇਨ ਆਉਂਦੀ ਸੀ ਤਾਂ ਨੁਕਸਾਨ ਬੜਾ ਹੁੰਦਾ ਸੀ। ਹੁਣ ਟ੍ਰੈਂਡ ਹੈਗਾ 1 ਕਿਲੋ 2 ਕਿਲੋ ਛੋਟੇ ਡਰੋਨਾਂ ਦੇ ਵਿੱਚ ਆਉਂਦੀ ਹੈ। ਸੋ ਦੇਖੋ ਸੋਰਸ ਉਹੀ ਹੈ ਜਿਹੜੇ ਟਰਾਂਸ ਬਾਰਡਰ ਆਪਰੇਟਰਸ ਦੋਵੇਂ ਸਾਈਡ ਤੇ ਹੈਗੇ, ਕਿ ਜਿਹੜੇ ਸਮਗਲਰਸ ਉਹਨਾਂ ਦੇ ਪਾਂਡੀ ਉਹ ਜਾਂਦੇ ਆ, ਉਹ ਫਿਰ ਕਿਉਂਕਿ ਜਿੱਥੇ ਡਰੋਨ ਤੋਂ ਡਿਲੀਵਰੀ ਹੁੰਦੀ ਹੈ ਉਹ ਕੋਈ ਚੁੱਕਦਾ ਹੈ ਉਸਨੂੰ। ਸੋ ਇਸ ਲਈ ਅਸੀਂ ਜਿਹੜਾ ਹੈਗਾ ਆਪਣਾ ਜਿਹੜਾ ਸਿਸਟਮ ਹੈ, ਅਸੀਂ ਇਹ ਹੌਟਸਪੌਟਸ ਡਰੋਨ ਹੌਟਸਪੌਟਸ ਆਈਡੈਂਟੀਫਾਈ ਕੀਤੇ, ਉਸ ਦੇ ਜਿਹੜੇ ਲੋਕ ਰਹਿੰਦੇ ਹੈਗੇ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਚੈੱਕ ਕਰਕੇ ਉਹਨਾਂ ਤੇ ਅਸੀਂ ਨਿਗਰਾਨੀ ਕਰਦੇ ਹਾਂ। ਜਿਹੜੇ ਪੁਆਇੰਟਾਂ ਤੇ ਉਹ ਡਰੋਨ ਜਿਵੇਂ ਜਿੱਥੇ 2-3 ਸੜਕਾਂ ਮਿਲਦੀਆਂ ਉੱਥੇ ਅਸੀਂ ਨਾਕੇ ਲਾ ਕੇ ਜਿਹੜੀ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਇਸ ਨੂੰ ਬਹੁਤ ਹੀ ਸਾਇੰਟੀਫਿਕ ਤਰੀਕੇ ਨਾਲ ਅਸੀਂ ਮੈਪ ਕਰਕੇ, ਹੁਣ ਇਸ ਸਾਲ ਸਾਡਾ ਕੰਮ ਚੱਲ ਰਿਹਾ, ਅਸੀਂ 2100 ਲੋਕੇਸ਼ਨਸ ਤੇ 3000 CCTV ਕੈਮਰੇ ਲਾ ਰਹੇ ਹੈਗੇ। ਇਹ ਵਰਕ ਜਿਹੜਾ ਇਟ ਇਜ਼ ਇਨ ਪ੍ਰੋਗਰੈਸ ਕਿ ਇਹ ਬਾਰਡਰ ਤੋਂ 5 ਕਿਲੋਮੀਟਰ ਪਿੱਛੇ, तो ਇਸ ਤੋਂ ਸਾਡੀ ਸੈਕੰਡ ਲਾਈਨ ਆਫ ਡਿਫੈਂਸ ਸਟਰੈਂਥਨ ਹੋਊਗੀ। ਸਰ ਵਿਲੇजेस ਕਮੇਟੀ ਜਿਹੜੀ ਬਣਾਈ ਗਈ ਸੀ ਉਹਦੇ ਵਿੱਚ ਕੁਝ ਫਾਇਦਾ ਮਿਲ ਰਿਹਾ ਹੈ ਲੋਕਾਂ ਦੇ ਨਾਲ, ਜਿਹੜਾ ਤੁਸੀਂ ਬਾਰਡਰ ਏਰੀਆ ਦੇ ਨਾਲ ਜਿਹੜੇ ਵੀ ਵਿਲੇਜਰਸ ਨੇ ਜਾਂ ਲੋਕ ਨੇ ਉਹਨਾਂ ਨੂੰ ਤੁਸੀਂ ਤਾਲਮੇਲ ਕਰ ਨਹੀਂ, ਕਾਫੀ ਫਾਇਦਾ ਮਿਲ ਰਿਹਾ। ਸਾਡੇ ਤਕਰੀਬਨ ਸਾਰੇ ਬਾਰਡਰ ਵਿਲੇजेस ਤੇ VDCs ਐਕਟਿਵ ਹੈ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਐਕਸ ਸਰਵਿਸਮੈਨ, ਐਕਸ ਆਫੀਸ਼ੀਅਲਸ, ਪੁਲਿਸ ਆਫੀਸ਼ੀਅਲਸ ਉਹਨਾਂ ਨੂੰ ਵਿੱਚ ਪਾਇਆ ਹੈ, ਪ੍ਰੋਮਿਨੈਂਟ ਲੋਕਾਂ ਨੂੰ ਵਿੱਚ ਪਾਇਆ ਹੈ ਤੇ ਉਹਨਾਂ ਦੇ ਸਹਿਯੋਗ ਨਾਲ ਇਨਫੈਕਟ ਕਈ ਥਾਵਾਂ ਤੇ ਸਾਨੂੰ ਉਹਨਾਂ ਨੇ ਦੱਸਿਆ। ਅਸੀਂ ਇਹਦੇ ਲਈ ਮੈਂ ਤੁਹਾਡੇ ਰਾਹੀਂ ਦੱਸਣਾ ਚਾਹਾਂਗਾ ਕਿ ਅਸੀਂ ਜੇ ਕੋਈ ਡਰੋਨ ਡ੍ਰੌਪਿੰਗ ਬਾਰੇ ਇਨਫੋਰਮੇਸ਼ਨ ਦਿੰਦਾ ਹੈ, ਅਸੀਂ 1 ਲੱਖ ਦਾ ਉਹਦੇ ਤੇ ਰਿਵਾਰਡ ਰੱਖਿਆ ਹੈ ਤੇ ਅਸੀਂ ਬੜੇ ਸਾਰੇ ਕੇਸਾਂ 'ਚ ਰਿਵਾਰਡ ਵੀ ਦਿੱਤਾ ਹੈ। ਸੋ ਮੈਂ ਤੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਪੁਲਿਸ ਨੂੰ ਕੋਆਪਰੇਟ ਕਰੋ, ਜਿੱਥੇ ਕਿਤੇ ਡਰੋਨ ਬਾਰੇ ਕੋਈ ਇਨਫੋਰਮੇਸ਼ਨ ਹੁੰਦੀ ਉਹ ਸਾਡੇ ਨਾਲ ਸ਼ੇਅਰ ਕਰੋ। ਜੀ ਸਰ, ਇਸ ਤੋਂ ਇਲਾਵਾ ਇੱਕ ਐਮਰਜੈਂਸੀ ਫਿਲਮ ਜਿਹੜੀ ਹੈ ਉਹਨੂੰ ਸਰਟੀਫਿਕੇਟ ਮਿਲ ਗਿਆ ਹੈ। ਪੰਜਾਬ 'ਚ ਕਾਫੀ ਵਿਰੋਧ ਚੱਲ ਰਿਹਾ ਹੈ, ਕਿਸ ਤਰ੍ਹਾਂ ਲਾਅ ਐਂਡ ਆਰਡਰ ਨੂੰ ਦੇਖਿਆ ਜਾ ਰਿਹਾ ਹੈ, ਕਿਉਂਕਿ ਪਹਿਲਾਂ ਵੀ ਐਮਰਜੈਂਸੀ ਫਿਲਮ ਨੂੰ ਲੈ ਕੇ ਕਾਫੀ ਵਿਰੋਧ ਚੱਲਿਆ ਹੈ ਪੰਜਾਬ 'ਚ ਔਰ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਉਹਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾਏਗਾ, ਹਾਲਾਂਕਿ ਹੁਣ ਸਰਟੀਫਿਕੇਟ ਮਿਲ ਚੁੱਕਿਆ ਹੈ। ਤਾਂ ਕੀ ਪੰਜਾਬ 'ਚ ਕਿਸ ਤਰ੍ਹਾਂ ਪੁਲਿਸ ਜਿਹੜੀ ਹੈ ਨਹੀਂ, ਅਸੀਂ ਦੇਖੋ ਅਲਰਟ ਹੈਗੇ, ਕੋਈ ਵੀ ਲਾਅ ਐਂਡ ਆਰਡਰ ਸਿਚੁਏਸ਼ਨ ਹੋਊਗੀ ਅਸੀਂ ਉਸ ਨੂੰ ਹੈਂਡਲ ਕਰਾਂਗੇ। ਅਦਰਵਾਈਜ਼ ਅਸੀਂ ਇਹ ਗਵਰਨਮੈਂਟ ਦਾ ਪ੍ਰੈਰੋਗੇਟਿਵ ਹੈਗਾ, ਕਿਉਂਕਿ ਸੈਂਸਰ ਬੋਰਡ ਨੇ ਇਸ ਤੇ ਕੱਟਸ ਵੀ ਲਾਏ ਹੈਗੇ। ਸੋ ਉਹ ਸਾਰੀ ਸਿਚੁਏਸ਼ਨ ਨੂੰ ਐਸੈਸ ਕਰਕੇ ਜਿਹੜਾ ਵੀ ਡਿਸੀਜਨ ਪੰਜਾਬ ਸਰਕਾਰ ਦਾ ਹੋਊਗਾ ਉਸ ਨੂੰ ਅਸੀਂ ਇੰਪਲੀਮੈਂਟ ਕਰਾਂਗੇ। Thank you very much. Thank you very much. Time ਦੇਣ ਵਾਸਤੇ। I think we should